मैं बिल्कुल नहीं जानता। यीशु क्यों मरे सी? क्या यीशु सचमुच मैनू पता होना चाहिए है। दिन चढ़दे ही बहुत ਵੱਡਾ ਸਵਾਲ ਹੈ ਇਹ। ਯਿਸੂ ਨੇ ਲੋਕਾਂ ਲਈ ਜਾਨ ਦਿੱਤੀ, ਦੂਜਿਆਂ ਲਈ ਅਤੇ ਸਾਡੇ ਉद्धार ਦੇ ਲਈ। ਹੋ ਸਕਦਾ ਹੈ ਪਿਲਾਤੁਸ ਯਿਸੂ ਨਾਲ ਈਰਸ਼ਾ ਕਰਿਆ ਸੀ ਕਿਉਂ ਜੋ ਸਭ ਯਿਸੂ ਨੂੰ ਪ੍ਰੇਮ ਕਰਦੇ ਸਨ। ਸਭ ਮਰਦੇ ਨੇ, ਕੋਈ ਵੀ ਹਮੇਸ਼ਾ ਨਹੀਂ ਜਿੰਦਾ। ਇੰਜ ਮੇਰੇ ਵਿਚਾਰ ਨਾਲ ਉਹ ਸਾਡੇ ਪਾਪਾਂ ਦੇ ਲਈ ਮਰੇ ਸੀ। ਯੀਸ਼ੂ ਇਸ ਲਈ ਮਰੇ ਕਿਉਂਕਿ ਲੋਕ ਉਹਨਾਂ ਦੇ ਨਾਲ ਸਹਿਮਤ ਨਹੀਂ ਸਨ। ਸ਼ਾਇਦ ਵਿਸ਼ਵਾਸ ਦੇ ਕਾਰਨ ਯਿਸੂ ਸਲੀਬ ਉਤੇ ਹੋਇਆ। क्या उन्होंने सलीपा उते बलिदान नहीं दिता? ਠੀਕ ਹੈ, ਉਹਨਾਂ ਦੀ ਚੋਣ ਸੀ। ਮੇਰੇ ਖਿਆਲ ਨਾਲ ਯੀਸ਼ੂ ਲੋਕਾਂ ਦੀ ਧਾਰਨਾਵਾਂ ਕਰਕੇ ਮਰੇ। ਇਹ ਚਰਚਾ ਦਾ ਮੁੱਦਾ ਹੈ। ਸਾਰੇ ਮਰਦੇ ਨੇ, ਕੋਈ ਹਮੇਸ਼ਾ ਨਹੀਂ ਜਿਉਂਦਾ। क्रूस मसीही विश्वास का प्रतीक है। ਉਹ ਜਿਵੇਂ ਮਸੀਹਤ ਦਾ ਲੋਗੋ ਹੈ। ਤਕਰੀਬਨ 1/3 ਸੁਸਮਾਚਾਰ ਯਿਸੂ ਦੀ ਮੌਤ ਦੇ ਬਾਰੇ ਹਨ ਤੇ ਬਾਕੀ ਦੇ ਨਵੇਂ ਨਿਯਮਾਂ 'ਚ ਸਮਝਾਇਆ ਗਿਆ ਹੈ ਕਿ ਉਹ ਕਿਉਂ ਮਰੇ। ਮੈਂ ਵੇਖਿਆ ਕਿ ਜਦੋਂ ਮੈਂ ਇਹ ਸਮਝਿਆ ਕਿ ਯਿਸੂ ਕਿਉਂ ਮਰੇ ਸੀ, ਜਦੋਂ ਮੈਂ ਮਹਿਸੂਸ ਕੀਤਾ ਕਿ ਉਹਨਾਂ ਦੀ ਮੌਤ ਨੇ ਮੇਰੇ ਲਈ ਕੀ ਹਾਸਲ ਕੀਤਾ, ਉਹਨੇ ਸਭ ਕੁਝ ਬਦਲ ਦਿੱਤਾ। ਯਿਸੂ ਕਿਉਂ ਮਰੇ? ਉਹਦਾ ਜਵਾਬ ਇਹ ਹੈ ਕਿ ਇਸ ਲਈ ਕਿਉਂਕਿ ਉਹ ਤੁਹਾਨੂੰ ਪ੍ਰੇਮ ਕਰਦੇ ਹਨ। ਨਵੇਂ ਨਿਯਮਾਂ 'ਚ ਇੱਕ ਵਚਨ ਹੈ ਜਿੱਥੇ ਪੌਲਸ ਆਖਦੇ ਹਨ, ਪਰਮੇਸ਼ਰ ਦੇ ਪੁੱਤਰ ਨੇ ਮੇਰੇ ਨਾਲ ਪ੍ਰੇਮ ਕੀਤਾ ਤੇ ਮੇਰੇ ਲਈ ਖੁਦ ਨੂੰ ਕੁਰਬਾਨ ਕੀਤਾ। ਉਹਨਾਂ ਨੂੰ ਤੁਹਾਡੇ ਨਾਲ ਪ੍ਰੇਮ ਹੈ। ਇਹ ਸੁਨੇਹਾ ਨਵੇਂ ਨਿਯਮਾਂ ਦੇ ਕੇਂਦਰ 'ਚ ਹੈ ਅਤੇ ਇਹੀ ਇਸ ਬ੍ਰਹਿਮੰਡ ਦੇ ਕੇਂਦਰ 'ਚ ਹੈ। ਜੇ ਤੁਸੀਂ ਧਰਤੀ ਦੇ ਇਕੱਲੇ ਮਨੁੱਖ ਹੁੰਦੇ, ਯੀਸ਼ੂ ਤੁਹਾਡੇ ਲਈ ਮਰੇ ਹੁੰਦੇ। ਇਹ ਇੰਨਾ ਵਿਅਕਤੀਗਤ ਹੈ। ਉਹ ਤੁਹਾਨੂੰ ਇੰਨਾ ਪ੍ਰੇਮ ਕਰਦੇ ਹਨ। ਉਹਨਾਂ ਦਾ ਤੁਹਾਡੇ ਲਈ ਪ੍ਰੇਮ ਬਿਨਾਂ ਸ਼ਰਤਾਂ ਦਾ ਸੱਚਾ ਤੇ ਨਿਰੰਤਰ ਹੈ। ਉਹ ਸਭ ਤੋਂ ਮਹਾਨ ਪ੍ਰੇਮ ਜਿਸ ਦੀ ਤੁਸੀਂ ਕਲਪਨਾ ਕਰ ਸਕਦੇ ਹੋ ਅਤੇ ਕਰੂਸ ਦਾ ਉਹੀ ਕਾਰਨ ਹੈ। ਉਹ ਪਰਮੇਸ਼ਵਰ ਦਾ ਤੁਹਾਡੇ ਲਈ ਬਿਨਾਂ ਸ਼ਰਤਾਂ ਦਾ ਪ੍ਰੇਮ ਹੈ ਅਤੇ ਉਸ ਨੂੰ ਸਮਝਣ ਨਾਲ ਮੇਰਾ ਪੂਰਾ ਜੀਵਨ ਬਦਲ ਗਿਆ। ਪਰ ਉਹ ਕਿਉਂ ਜ਼ਰੂਰੀ ਸੀ? ਕੀ ਸਮੱਸਿਆ ਹੈ? ਤੁਹਾਨੂੰ ਪਰਮੇਸ਼ਵਰ ਦੀ ਛਵੀ 'ਚ ਬਣਾਇਆ ਗਿਆ ਹੈ। ਪਰਮੇਸ਼ਵਰ ਤੁਹਾਨੂੰ ਪ੍ਰੇਮ ਕਰਦੇ ਨੇ। ਤੁਸੀਂ ਪਰਮੇਸ਼ਵਰ ਦੀ ਸਰਬੋਤਮ ਰਚਨਾ ਹੋ। ਹਰੇਕ ਮਨੁੱਖ ਵਿੱਚ ਕੁਝ ਸ਼ਾਨਦਾਰ, ਕੁਝ ਬਹੁਤ ਹੈਰਾਨ ਕਰ ਦੇਣ ਵਾਲਾ, ਕੁਝ ਅਨੋਖਾ, ਕੁਝ ਕਮਾਲ ਦਾ ਹੈ। ਮਨੁੱਖ ਅਸਾਧਾਰਨ ਸਿਰਜਣਾਤਮਕਤਾ, ਸੰਗੀਤ, ਕਲਾ, ਸਾਹਿਤ ਦੇ ਕਾਬਲ ਹੁੰਦਾ ਹੈ। ਪਰਮੇਸ਼ਵਰ ਨੇ ਤੁਹਾਨੂੰ ਇਸ ਲਈ ਸਿਰਜਣਾਤਮਕ ਬਣਾਇਆ ਹੈ ਕਿਉਂਕਿ ਤੁਹਾਨੂੰ ਉਹਨਾਂ ਦੀ ਛਵੀ ਵਿੱਚ ਬਣਾਇਆ ਗਿਆ ਹੈ। ਮਨੁੱਖ ਮਹਾਨ ਬਲੀਦਾਨ, ਸਮਰਪਣ, ਦਇਆ ਦੇ ਕਾਬਲ ਹੈ। ਪਰ ਮੇਰੇ ਮਾਮਲਿਆਂ 'ਚ ਬੇਸ਼ੱਕ ਸਿੱਕੇ ਦਾ ਇੱਕ ਵੱਖਰਾ ਪਹਿਲੂ ਵੀ ਹੈ। ਅਸੀਂ ਬੁਰੇ ਕੰਮ ਕਰਨ ਦੇ ਵੀ ਕਾਬਲ ਹਾਂ। ਤੁਸੀਂ ਸਿਰਫ ਅਖਬਾਰ ਖੋਲ੍ਹ ਕੇ ਉਹਨਾਂ ਬੁਰੇ ਕੰਮਾਂ ਨੂੰ ਵੇਖ ਸਕਦੇ ਹੋ ਜੋ ਦੁਨੀਆ ਵਿੱਚ ਇਸ ਵੇਲੇ ਹੋ ਰਹੇ ਹਨ। ਪਰ ਅੱਜ ਦੁਨੀਆ ਇਹ ਕਹਿਣ ਨਾਲੋਂ ਵੱਧ ਜਟਿਲ ਹੈ। ਹਾਂ, ਕੁਝ ਬੁਰੇ ਲੋਕ ਹਨ ਤੇ ਕੁਝ ਚੰਗੇ ਲੋਕ ਵੀ ਹਨ ਕਿਉਂਕਿ ਜੀਵਨ ਇਸ ਤੋਂ ਵੱਧ ਗੁੰਝਲਦਾਰ ਹੈ। ਲੋਕ ਜੋ ਮਹਾਨ ਪ੍ਰੇਮ, ਸਮਰਪਣ ਅਤੇ ਦਇਆ ਦੇ ਕਾਬਿਲ ਹੁੰਦੇ ਹਨ, ਉਹ ਵੀ ਕੁਝ ਬੁਰੇ ਕੰਮ ਕਰ ਸਕਦੇ ਹਨ। ਮੈਂ ਆਪਣੇ ਜੀਵਨ ਵਿੱਚ ਕੁਝ ਬੁਰੇ ਕੰਮ ਕੀਤੇ ਹਨ ਜਿਨ੍ਹਾਂ ਦਾ ਮੈਨੂੰ ਬਹੁਤ ਪਛਤਾਵਾ ਹੈ। ਮੈਂ ਆਪਣੇ ਪਿਆਰਿਆਂ ਦਾ ਦਿਲ ਦੁਖਾਇਆ ਹੈ। ਨਵਾਂ ਨਿਯਮ ਕੁਝ ਇਸ ਤਰ੍ਹਾਂ ਇਸ ਦਾ ਵਰਣਨ ਕਰਦਾ ਹੈ, ਸਭ ਨੇ ਪਾਪ ਕੀਤਾ ਹੈ ਅਤੇ ਪਰਮੇਸ਼ਵਰ ਦੀ ਮਹਿਮਾ ਤੋਂ ਵਾਂਝੇ ਰਹਿ ਗਏ। ਸੱਚ ਕਹਾਂ ਤਾਂ ਪਾਪ ਸ਼ਬਦ ਸੁਣ ਕੇ ਮੈਨੂੰ ਧਾਰਮਿਕ ਦੋਸ਼ ਭਾਵਨਾ ਜਾਂ ਮਹਿੰਗੀਆਂ ਚਾਕਲੇਟ ਜਾਂ ਆਈਸਕ੍ਰੀਮ ਵਰਗੀਆਂ ਚੀਜ਼ਾਂ ਦੀ ਯਾਦ ਆਉਂਦੀ। ਸੋ ਇਹ ਕਹਿਣਾ ਕਿ ਪਾਪ ਪੂਰਨ ਹੈ, ਜਿਵੇਂ ਅਸੀਂ ਮਜ਼ੇ ਲੈਣ ਵਾਲੀ ਚੀਜ਼ ਬਾਰੇ ਗੱਲ ਕਰਨੀ ਹੋਵੇ। ਮੈਂ ਇੱਕ ਆਈਸਕ੍ਰੀਮ ਦੀ ਮਸ਼ਹੂਰੀ ਵੇਖੀ ਜੋ ਇੰਝ ਸੀ, ਇਹ ਇੰਨੀ ਚੰਗੀ ਹੈ ਕਿ ਪਾਪ ਪੂਰਨ ਹੈ। ਪਰ ਬਾਈਬਲ 'ਚ ਪਾਪ ਦਾ ਮਤਲਬ ਕਿਤੇ ਡੂੰਘਾ ਤੇ ਅੱਜ ਸਾਡੇ ਲਈ ਉਸ ਤੋਂ ਵੱਧ ਅਰਥਪੂਰਨ ਹੈ ਜਿੰਨਾ ਕਈ ਵਾਰ ਅਸੀਂ ਸਮਝਦੇ ਹਾਂ। ਅਸੀਂ ਅਚਾਨਕ ਹੋਈਆਂ ਗਲਤੀਆਂ ਜਾਂ ਬਹੁਤੇ ਜ਼ਿਆਦਾ ਚਾਕਲੇਟ ਖਾਣ ਦੀ ਗੱਲ ਨਹੀਂ ਕਰ ਰਹੇ, ਸਗੋਂ ਅਸੀਂ ਗੱਲ ਕਰ ਰਹੇ ਹਾਂ ਸਾਡੇ ਗੜਬੜ ਕਰਨ ਦੇ ਸੁਭਾਵਿਕ ਤਰੀਕੇ ਅਤੇ ਤੋੜਨ ਦੀ, ਜਿਵੇਂ ਵਾਅਦੇ ਤੇ ਉਹ ਸਬੰਧ ਜਿਨ੍ਹਾਂ ਦੀ ਅਸੀਂ ਪਰਵਾਹ ਕਰਦੇ ਹਾਂ ਤੇ ਆਪਣੀ ਖੈਰ ਸਲਾਹ ਦੀ। ਕਈ ਵਾਰ ਅਸੀਂ ਆਪਣੇ ਆਲੇ ਦੁਆਲੇ ਲੋਕਾਂ ਨੂੰ ਵੇਖ ਕੇ ਸੋਚਦੇ ਹਾਂ, ਮੰਨਿਆ ਮੈਂ ਗਲਤੀਆਂ ਕਰਦਾ ਹਾਂ, ਪਰ ਮੈਂ ਇਹਨਾਂ ਲੋਕਾਂ ਵਰਗਾ ਬੁਰਾ ਨਹੀਂ ਹਾਂ। ਮੇਰੇ ਤੋਂ ਵੀ ਵੱਧ ਬੁਰੇ ਲੋਕ ਪਏ ਹਨ। ਜੇ ਇਮਾਨਦਾਰੀ ਨਾਲ ਗੱਲ ਕਰੀਏ ਤਾਂ ਅਸੀਂ ਸਾਰਿਆਂ ਨੇ ਗਲਤ ਕੰਮ ਕੀਤੇ ਹਨ। ਪੌਲਸ ਕਹਿੰਦੇ ਹਨ ਕਿ ਸਭ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੀ ਮਹਿਮਾ ਤੋਂ ਵਾਂਝੇ ਰਹਿ ਗਏ ਹਨ। ਤੇ ਪਰਮੇਸ਼ਰ ਦੀ ਮਹਿਮਾ ਦਾ ਯੀਸ਼ੂ 'ਚ ਖੁਲਾਸਾ ਹੋਇਆ ਸੀ ਤੇ ਉਸ ਦੇ ਮੁਕਾਬਲੇ 'ਚ ਸਾਡੇ 'ਚ ਹਾਲੇ ਵੀ ਬਹੁਤ ਕਮੀਆਂ ਹਨ। ਇਸ ਲਈ ਸ਼ਾਇਦ ਤੁਸੀਂ ਕਹੋ ਕਿ ਜੇ ਅਜਿਹਾ ਹੈ ਤਾਂ ਅਸੀਂ ਸਾਰੇ ਇੱਕ ਹੀ ਨਾਵ 'ਚ ਸਵਾਰਾਂ, ਕੀ ਫਰਕ ਪੈਂਦਾ? ਪਰ ਸਾਨੂੰ ਉਹਨਾਂ ਗਲਤੀਆਂ ਦਾ ਖਾਮਿਆਜ਼ਾ ਭੁਗਤਣਾ ਪੈਂਦਾ ਹੈ ਜੋ ਅਸੀਂ ਕਰਦੇ ਹਾਂ। ਤੇ ਨਵੇਂ ਨਿਯਮ ਪਾਪ ਦੇ ਪ੍ਰਭਾਵ ਦਾ ਕੁਝ ਵੱਖ ਤਰੀਕੇ ਨਾਲ ਹੀ ਵਰਣਨ ਕਰਦੇ ਹਨ। ਜਿਵੇਂ ਸਾਡੇ ਪਰਿਆਵਰਣ ਦਾ ਪ੍ਰਦੂਸ਼ਣ ਇੱਕ ਬਹੁਤ ਵੱਡੀ ਸਮੱਸਿਆ ਹੈ।
ਤੇ ਜੇਕਰ ਅਸੀਂ ਯੀਸ਼ੂ ਦੇ ਮੁਤਾਬਕ ਵੇਖੀਏ ਤਾਂ ਆਪਣੇ ਜੀਵਨ ਆਪਣੇ ਦਿਲ ਨੂੰ ਪ੍ਰਦੂਸ਼ਿਤ ਕਰਨਾ ਸੰਭਵ ਹੁੰਦਾ ਹੈ ਤੇ ਪਾਪ ਦਾ ਪ੍ਰਦੂਸ਼ਣ ਹੈ। ਸਾਡੀ ਗਲਤੀਆਂ ਸਾਡੇ ਜੀਵਨ ਨੂੰ ਬਰਬਾਦ ਕਰ ਸਕਦੀਆਂ ਹਨ। ਪਾਪ ਇੱਕ ਦੂਜੇ ਦੇ ਅਤੇ ਪਰਮੇਸ਼ਰ ਦੇ ਨਾਲ ਸਾਡੇ ਸੰਬੰਧਾਂ ਵਿੱਚ ਜ਼ਹਿਰ ਘੋਲਦਾ ਹੈ। ਸਾਡੇ ਜੀਵਨ ਦੀ ਬੁਰੀ ਚੀਜ਼ਾਂ ਲੱਤ ਬਣਦੀਆਂ ਹਨ। ਪਾਪ ਸ਼ਕਤੀਸ਼ਾਲੀ ਹੁੰਦਾ ਹੈ, ਉਹ ਬਰਬਾਦ ਕਰ ਸਕਦਾ ਹੈ। ਮੈਂ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜੋ ਸੰਤ ਪੌਲਸ ਨੇ ਕਿਹਾ ਹੈ। ਮੈਂ ਜੋ ਕਰਨਾ ਚਾਹੁੰਦਾ ਹਾਂ ਉਹ ਨਹੀਂ ਕਰਦਾ, ਉਹ ਕਰਦਾ ਜਿਸ ਤੋਂ ਮੈਨੂੰ ਨਫ਼ਰਤ ਹੈ। ਯੀਸ਼ੂ ਨੇ ਕਿਹਾ ਹੈ ਕਿ ਪਾਪ ਕਰਨ ਵਾਲਾ ਪਾਪ ਦਾ ਗੁਲਾਮ ਹੁੰਦਾ ਹੈ। ਮਿਸਾਲ ਦੇ ਤੌਰ ਤੇ ਜੇ ਤੁਸੀਂ ਲੰਬੇ ਸਮੇਂ ਤੱਕ ਹੈਰੋਇਨ ਲਓਗੇ ਤੁਸੀਂ ਆਦੀ ਹੋ ਜਾਓਗੇ। ਪਰ ਸੱਚ ਕਹੀਏ ਤਾਂ ਨਸ਼ੀਲੇ ਪਦਾਰਥਾਂ ਦੇ ਨਹੀਂ ਸਾਡੇ ਲਈ ਸੰਭਵ ਹੁੰਦਾ ਹੈ ਗਰਮ ਮਿਜ਼ਾਜ, ਈਰਖਾ, ਕਮਾਂਡ, ਹੰਕਾਰ, ਸਵਾਰਥ, ਨਿੰਦਿਆ, ਯੌਨ ਨੈਤਿਕਤਾ ਦੇ ਆਦੀ ਬਣ ਜਾਣਾ। ਤੇ ਇਹ ਉਹ ਗੁਲਾਮੀ ਹੈ ਜਿਹਦੇ ਬਾਰੇ ਯੀਸ਼ੂ ਨੇ ਕਿਹਾ ਕਿ ਉਸ ਦਾ ਸਾਡੇ ਜੀਵਨ ਤੇ ਬਹੁਤ ਹੀ ਜ਼ਿਆਦਾ ਵਿਨਾਸ਼ਕ ਕਾਬੂ ਹੁੰਦਾ ਹੈ। ਮਨੁੱਖੀ ਸੁਭਾਅ ਵਿੱਚ ਅਜਿਹਾ ਕੁਝ ਹੈ ਜੋ ਨਿਆਂ ਦੇ ਲਈ ਦੁਹਾਈ ਦਿੰਦਾ ਹੈ। ਪ੍ਰੇਮ ਅਤੇ ਨਿਆਂ ਵਿਰੋਧੀ ਨਹੀਂ ਹੁੰਦੇ। ਜਦੋਂ ਅਸੀਂ ਕਿਸੇ ਬੱਚੇ ਨਾਲ ਛੇੜਛਾੜ ਦੀ ਗੱਲ ਸੁਣਦੇ ਹਾਂ ਜਾਂ ਕਿਸੇ ਬਜ਼ੁਰਗ ਤੇ ਉਹਨਾਂ ਦੇ ਘਰ 'ਚ ਵਹਿਸ਼ੀ ਹਮਲੇ ਦੀ ਗੱਲ ਸੁਣਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਅਜਿਹਾ ਕੰਮ ਕਰਨ ਵਾਲੇ ਫੜੇ ਜਾਣ ਅਤੇ ਸਜ਼ਾ ਪਾਉਣ, ਕਿਉਂਕਿ ਅਸੀਂ ਮੰਨਦੇ ਹਾਂ ਕਿ ਪਾਪ ਦੇ ਲਈ ਸਜ਼ਾ ਮਿਲਣੀ ਚਾਹੀਦੀ ਹੈ। ਪਰ ਸਿਰਫ ਦੂਜੇ ਲੋਕਾਂ ਨੂੰ ਹੀ ਪਾਪਾਂ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ, ਸਾਨੂੰ ਵੀ ਮਿਲਣੀ ਚਾਹੀਦੀ ਹੈ। ਪਰ ਦੂਜਿਆਂ ਦੇ ਬਾਰੇ ਸੋਚਣਾ ਆਸਾਨ ਹੁੰਦਾ ਹੈ, ਆਪਣੇ ਬਾਰੇ 'ਚ ਨਹੀਂ। ਸੰਤ ਪੌਲਸ ਨੇ ਕਿਹਾ, ਇਸੇ ਕਰਕੇ ਤੁਹਾਡੇ ਕੋਲ ਕੋਈ ਵਜ੍ਹਾ ਨਹੀਂ ਹੈ ਜੋ ਤੁਸੀਂ ਦੂਜੇ ਲੋਕਾਂ ਨੂੰ ਆਂਕੋ, ਕਿਉਂਕਿ ਤੁਸੀਂ ਜਦੋਂ ਵੀ ਕਿਸੇ ਨੂੰ ਆਂਕਦੇ ਹੋ ਖੁਦ ਨੂੰ ਗੁਨਾਹਗਾਰ ਠਹਿਰਾਉਂਦੇ ਹੋ, ਕਿਉਂਕਿ ਆਂਕਣ ਵਾਲੇ ਹੋ ਤੁਸੀਂ ਵੀ ਉਹੀ ਕੰਮ ਕਰਦੇ ਹੋ। ਸਾਡੇ ਵੱਲੋਂ ਕੀਤੇ ਗਏ ਗਲਤ ਕੰਮ ਬਾਧਾ ਬਣਦੇ ਹਨ। ਇਹ ਇੰਜ ਹੈ ਜਿਵੇਂ ਸਾਡੇ ਕਿਸੇ ਪਿਆਰੇ ਨਾਲ ਸੰਬੰਧ ਟੁੱਟ ਜਾਣਾ, ਜਿਵੇਂ ਪਰਿਵਾਰ ਦਾ ਕੋਈ ਸਦੱਸ ਜਾਂ ਕਰੀਬੀ ਮਿੱਤਰ, ਅਸੀਂ ਉਹਨਾਂ ਨਾਲ ਨਜ਼ਰ ਨਹੀਂ ਮਿਲਾ ਸਕਦੇ। ਇਹ ਅਜਿਹਾ ਹੈ ਮੰਨੋ ਤੁਹਾਡੇ ਵਿਚਕਾਰ ਕੁਝ ਆ ਗਿਆ ਹੋ ਤੇ ਸਾਡੀਆਂ ਗਲਤੀਆਂ, ਸਾਡੇ ਪਾਪ ਸਾਡੇ ਤੇ ਪਰਮੇਸ਼ਰ ਦੇ ਦਰਮਿਆਨ ਇੱਕ ਦੀਵਾਰ ਜਿਵੇਂ ਇੱਕ ਬਾਧਾ ਬਣ ਜਾਂਦੇ ਹਨ। ਇਹ ਇੱਕ ਸੰਬੰਧ ਟੁੱਟਣ ਵਰਗਾ ਹੈ, ਨਾ ਸਿਰਫ ਪਰਮੇਸ਼ਰ ਦੇ ਨਾਲ ਬਲਕਿ ਸਗੋਂ ਸਾਡੇ ਸਾਰੇ ਸੰਬੰਧਾਂ ਦਾ। ਤੇ ਉਹੀ ਇੱਕ ਸਮੱਸਿਆ ਹੈ, ਉਹੀ ਬੁਰੀ ਖਬਰ ਹੈ। ਤਾਂ ਉਸ ਦਾ ਉਪਾਅ ਕੀ ਹੈ? ਸ਼ੁਭ ਸਮਾਚਾਰ ਇਹ ਹੈ ਕਿ ਪਰਮੇਸ਼ਰ ਨੂੰ ਤੁਹਾਡੇ ਨਾਲ ਪ੍ਰੇਮ ਹੈ ਤੇ ਉਹ ਇਸ ਧਰਤੀ ਤੇ ਆਪਣੇ ਪੁੱਤਰ ਦੇ ਰੂਪ ਵਿੱਚ ਆਏ ਉਹਦੇ ਬਾਰੇ 'ਚ ਕੁਝ ਕਰਨ ਦੇ ਲਈ, ਤੇ ਯਾਦ ਰੱਖੋ ਤੁਹਾਡੇ ਅਤੇ ਮੇਰੇ ਲਈ ਮਰਨ ਦੇ ਲਈ। ਪਤਰਸ ਪ੍ਰੇਰਿਤ ਇਸ ਨੂੰ ਇੰਜ ਆਖਦੇ ਹਨ, ਉਸਨੇ ਮਤਲਬ ਖੁਦ ਯੀਸ਼ੂ ਨੇ ਸਾਡੇ ਪਾਪ ਆਪਣੇ ਸਰੀਰ ਤੇ ਲਏ, ਸਾਡੇ ਪਾਪ ਉਹਨਾਂ ਦੇ ਕੋੜੇ ਖਾਣ ਨਾਲ ਤੁਸੀਂ ਚੰਗੇ ਹੋਏ। ਚੰਗੇ ਇਸ ਦਾ ਵਰਣਨ ਪਰਮੇਸ਼ਵਰ ਦਾ ਆਪਣਾ ਕਹਿ ਕੇ ਕੀਤਾ ਗਿਆ ਹੈ। ਉਸ ਦਾ ਕੀ ਮਤਲਬ ਹੈ? 31 ਜੁਲਾਈ 1941 ਨੂੰ ਔਸ਼ਵਿਜ਼ ਕਨਸੈਂਟਰੇਸ਼ਨ ਕੈਂਪ ਵਿੱਚ ਸਾਇਰਨ ਵੱਜ ਉੱਠੇ। ਇੱਕ ਕੈਦੀ ਉੱਥੇ ਭੱਜ ਗਿਆ ਸੀ ਅਤੇ ਉਸ ਦਾ ਬਦਲਾ ਲੈਣ ਲਈ ਗਸਟਾਪੋ ਨੇ ਮਨਮਾਨੇ ਢੰਗ ਨਾਲ 10 ਬੰਦੇ ਚੁਣੇ ਬੰਕਰ 'ਚ ਭੁੱਖੇ ਮਰਨ ਦੇ ਲਈ। 9ਵੇਂ ਚੁਣੇ ਗਏ ਬੰਦੇ ਦਾ ਨਾਂ ਫ੍ਰਾਂਸਿਸ ਗਾਇਵਨੀਚਿਕ ਸੀ ਅਤੇ ਜਦੋਂ ਉਹਨੂੰ ਚੁਣਿਆ ਗਿਆ ਤਾਂ ਫ੍ਰਾਂਸਿਸ ਗਾਇਵਨੀਚਿਕ ਨੇ ਰੋਂਦਿਆਂ ਕਿਹਾ, ਉਹ ਮੇਰੀ ਵਿਚਾਰੀ ਘਰਵਾਲੀ ਤੇ ਬੱਚੇ, ਉਹ ਮੈਨੂੰ ਫਿਰ ਕਦੇ ਨਹੀਂ ਵੇਖ ਸਕਣਗੇ। ਉਸੇ ਵੇਲੇ ਤਾਰ ਦੇ ਫਰੇਮ ਵਾਲੇ ਚਸ਼ਮੇ ਵਾਲੇ ਇੱਕ ਗਿੱਠੇ ਜਿਹੇ ਆਦਮੀ ਨੇ ਆਪਣੀ ਟੋਪੀ ਉਤਾਰੀ ਅਤੇ ਅੱਗੇ ਵੱਧ ਕੇ ਕਿਹਾ, ਮੈਂ ਇੱਕ ਕੈਥਲਿਕ ਪਾਦਰੀ ਹਾਂ, ਮੇਰੇ ਕੋਈ ਵੀ ਘਰਵਾਲੀ ਅਤੇ ਬੱਚੇ ਨਹੀਂ ਹਨ, ਮੈਂ ਇਸ ਬੰਦੇ ਦੀ ਥਾਂ ਤੇ ਮਰਨਾ ਚਾਹੁੰਦਾ ਹਾਂ। ਸਭ ਨੂੰ ਵੇਖ ਕੇ ਇਹ ਬਹੁਤ ਹੈਰਾਨੀ ਹੋਈ ਕਿ ਉਸ ਦੀ ਗੱਲ ਮੰਨ ਲਈ ਗਈ ਸੀ। ਉਸ ਬੰਦੇ ਦਾ ਨਾਂ ਸੀ ਮੈਕਸਮਿਲਨ ਕੋਬੇ, ਜੋ 47 ਸਾਲਾਂ ਦਾ ਸੀ ਅਤੇ ਉਸ ਨੂੰ ਬਾਕੀ ਦੇ 9 ਨਾਲ ਭੁੱਖੇ ਮਰਨ ਲਈ ਬੰਕਰ ਵਿੱਚ ਲਿਜਾਇਆ ਗਿਆ। ਕੀ ਕਮਾਲ ਦਾ ਬੰਦਾ ਸੀ। ਉਸਨੇ ਉਹਨਾਂ ਨੂੰ ਪ੍ਰਾਰਥਨਾ ਕਰਨ ਤੇ ਭਜਨ ਬੰਦਗੀ 'ਚ ਲਾ ਦਿੱਤਾ। ਉੱਪਰਲੇ ਤੌਰ ਤੇ ਉੱਥੇ ਦਾ ਮਾਹੌਲ ਇੰਜ ਲੱਗਦਾ ਸੀ ਜਿਵੇਂ ਉੱਥੇ ਗਿਰਜਾ ਹੋਵੇ। ਆਖਿਰਕਾਰ ਉਹਨਾਂ ਨੂੰ ਬਾਕੀ ਦੇ ਲੋਕਾਂ ਲਈ ਉਸ ਬੰਕਰ ਦੀ ਲੋੜ ਪਈ। ਇਸ ਕਰਕੇ 14 ਅਗਸਤ 1941 ਨੂੰ ਉਹਨਾਂ ਨੂੰ ਕਾਰਬੋਲਿਕ ਐਸਿਡ ਦਾ ਜਾਨਲੇਵਾ ਇੰਜੈਕਸ਼ਨ ਦੇ ਦਿੱਤਾ ਗਿਆ। ਕਾਰਬੋਲਿਕ ਐਸਿਡ 41 ਵਰ੍ਹਿਆਂ ਬਾਅਦ 10 ਅਕਤੂਬਰ 1982 ਨੂੰ ਮੈਕਸਮਿਲਨ ਕੋਲਬੀ ਦੀ ਮੌਤ ਨੂੰ ਸਹੀ ਅਰਥ ਪ੍ਰਦਾਨ ਕੀਤੇ ਗਏ। ਸੇਂਟ ਪੀਟਰ ਸਕੁਆਇਰ ਰੂਮ ਵਿੱਚ 1.5 ਲੱਖ ਲੋਕਾਂ ਦੀ ਭੀੜ 'ਚ, ਜਿਸ ਵਿੱਚ 26 ਉੱਚ ਪੱਧਰ ਦੇ ਪਾਦਰੀ, 200 ਬਿਸ਼ਪਸ ਅਤੇ ਆਰਚ ਬਿਸ਼ਪਸ ਦੇ ਨਾਲ ਸੀ, ਉਹ ਇਨਸਾਨ ਜਿਸ ਦਾ ਨਾਂ ਸੀ ਫ੍ਰਾਂਸਿਸ ਗਾਇਵਨੀਚਿਕ। ਅਤੇ ਪੋਪ ਨੇ ਮੈਕਸਮਿਲਨ ਕੋਲਬੀ ਦੀ ਮੌਤ ਦਾ ਉਸ ਮੌਕੇ ਤੇ ਇਹਨਾਂ ਸ਼ਬਦਾਂ ਵਿੱਚ ਬਿਆਨ ਕੀਤਾ ਕਿ ਉਹ ਇੱਕ ਜਿੱਤ ਸੀ, ਬਿਲਕੁਲ ਉਵੇਂ ਹੀ ਜਿਵੇਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਹੋਈ ਸੀ, ਕਿਉਂਕਿ ਮੈਕਸਮਿਲਨ ਕੋਲਬੀ ਕਿਸੇ ਦੂਜੇ ਦੇ ਲਈ ਮਰਿਆ ਸੀ, ਕਿਸੇ ਦੀ ਏਵਜ਼ ਮਰਿਆ ਸੀ ਅਤੇ ਕਿਸੇ ਦੀ
ਉਹ ਸੀ ਫ੍ਰਾਂਸਿਸ ਗਾਵਨੀਚਿਕ। ਮੈਂ ਇੱਕ ਸੁਤੰਤਰ ਅਖਬਾਰ ਵਿੱਚ ਉਹਨਾਂ ਦੀ ਮੌਤ ਦੀ ਸ਼ੋਕ ਦੀ ਖਬਰ ਪੜ੍ਹੀ। ਉਹ 93 ਸਾਲ ਦੀ ਉਮਰ ਵਿੱਚ ਮਰੇ ਸਨ ਅਤੇ ਉਹਨਾਂ ਨੇ ਆਪਣਾ ਬਾਕੀ ਦਾ ਜੀਵਨ ਦੁਨੀਆ ਭਰ ਵਿੱਚ ਘੁੰਮਦੇ ਹੋਏ ਗੁਜ਼ਾਰਿਆ ਸੀ, ਲੋਕਾਂ ਨੂੰ ਇਹ ਦੱਸਦੇ ਹੋਏ ਕਿ ਮੈਕਸਮਿਲਨ ਕੋਲਬੀ ਨੇ ਉਹਨਾਂ ਦੇ ਲਈ ਕੀ ਕੀਤਾ ਸੀ, ਕਿਉਂਕਿ ਉਹ ਉਹਨਾਂ ਦੀ ਥਾਂ ਤੇ ਮਰੇ ਸੀ। ਅਤੇ ਉਸ ਤੋਂ ਵੀ ਵੱਧ ਨਾ ਭੁੱਲਣਯੋਗ ਤਰੀਕੇ ਨਾਲ ਯਿਸੂ ਤੁਹਾਡੇ ਬਦਲੇ ਵਿੱਚ ਮੋਏ, ਅਤੇ ਉਸ ਤੋਂ ਵੀ ਵੱਧ ਨਾ ਕਰੂਸ ਤੇ ਚੜਾਇਆ ਜਾਣਾ ਦਰਦ ਦੀ ਹੱਦ ਤੋਂ ਪਾਰ ਸੀ ਤੇ ਸ਼ਰਮ ਦੀ ਡੂੰਘਾਈ ਤੋਂ ਪਰੇ। ਦਿਲਚਸਪ ਗੱਲ ਇਹ ਹੈ ਕਿ ਨਵੇਂ ਨਿਯਮਾਂ ਤੇ ਕਰੂਸ ਤੇ ਚੜਾਏ ਜਾਣ ਦੇ ਸਰੀਰਕ ਕਸ਼ਟ ਤੇ ਅਤਿਆਚਾਰ ਤੇ ਜ਼ੋਰ ਨਹੀਂ ਦਿੱਤਾ ਗਿਆ, ਕਿਉਂਕਿ ਇਤਿਹਾਸ ਵਿੱਚ ਅਸਲ 'ਚ ਬਾਕੀ ਲੋਕ ਸਰੀਰਕ ਰੂਪ ਤੋਂ ਵੱਧ ਜ਼ਾਲਮ ਤਰੀਕੇ ਨਾਲ ਮਰੇ ਹਨ ਅਤੇ ਅੱਜ ਵੀ ਦੁਨੀਆ ਭਰ 'ਚ ਲੋਕ ਕਰੂਸ ਤੇ ਚੜਾਏ ਜਾ ਰਹੇ ਹਨ। ਪਰ ਯਿਸੂ ਦਾ ਕਸ਼ਟ ਸਹਿਣਾ ਬੇਮਿਸਾਲ ਸੀ, ਕਿਉਂਕਿ ਉਹ ਨਾ ਸਿਰਫ ਸਰੀਰਕ ਅਤੇ ਭਾਵਨਾਤਮਕ ਕਸ਼ਟ ਸਹਿ ਰਹੇ ਸਨ, ਸਗੋਂ ਆਤਮਿਕ ਰੂਪ ਤੋਂ ਵੀ ਸਹਿ ਰਹੇ ਸਨ, ਕਿਉਂਕਿ ਉਹਨਾਂ ਨੇ ਸਾਡੇ ਸਾਰਿਆਂ ਦਾ ਪਾਪ ਆਪਣੇ ਉੱਤੇ ਲੈ ਲਿਆ ਸੀ। ਕਰੂਸ ਅਤੇ ਫੇਰ ਤੋਂ ਜੀ ਉੱਠਣਾ ਇੱਕ ਘਟਨਾ ਵਾਂਗ ਹੈ। ਕਰੂਸ ਦੇ ਨਤੀਜੇ ਇੱਕ ਸੋਹਣੇ ਹੀਰੇ ਦੇ ਵੱਖ ਪਹਿਲੂਆਂ ਦੀ ਤਰ੍ਹਾਂ ਹਨ। ਇੱਕ ਪਹਿਲੂ ਇਹ ਵਿਖਾਉਂਦਾ ਹੈ ਕਿ ਪਰਮੇਸ਼ਵਰ ਸਾਨੂੰ ਕਿੰਨਾ ਪ੍ਰੇਮ ਕਰਦੇ ਹਨ। ਆਪਣੇ ਕੀਤੇ ਕੰਮਾਂ ਦੇ ਬਾਰੇ 'ਚ ਬੁਰਾ ਮਹਿਸੂਸ ਕਰਨਾ ਇੱਕ ਦੋਸ਼ ਹੁੰਦਾ ਹੈ, ਇਸ ਨਾਲ ਸ਼ਰਮ ਹੁੰਦੀ ਹੈ। ਉਹਦੇ ਬਾਰੇ 'ਚ ਬੁਰਾ ਮਹਿਸੂਸ ਕਰਨਾ ਜੋ ਅਸੀਂ ਹਾਂ। ਕਰੂਸ ਤੇ ਯਿਸੂ ਨੇ ਤੁਹਾਡਾ ਦੋਸ਼ ਲੈ ਲਿੱਤਾ, ਸ਼ਰਮ ਲੈ ਲਿੱਤੀ, ਮੇਰਾ ਦੋਸ਼, ਮੇਰੀ ਸ਼ਰਮ ਲੈ ਲਿੱਤੀ। ਇਸ ਲਈ ਸਾਨੂੰ ਦੋਸ਼ ਜਾਂ ਸ਼ਰਮ ਮਹਿਸੂਸ ਕਰਨ ਦੀ ਲੋੜ ਨਹੀਂ, ਕਿਉਂਕਿ ਯਿਸੂ ਨੂੰ, ਉਹਨਾਂ ਨੂੰ ਤੁਹਾਡੇ ਨਾਲ ਪ੍ਰੇਮ ਹੈ। ਤੁਹਾਡਾ ਮੁੱਲ ਉਹ ਹੈ ਜੋ ਪਰਮੇਸ਼ਵਰ ਦੇ ਲਈ ਤੁਹਾਡਾ ਮੁੱਲ ਹੈ। ਤੁਸੀਂ ਪਰਮੇਸ਼ਵਰ ਦੇ ਲਈ ਬੇਸ਼ਕੀਮਤੀ ਹੋ, ਕਿਉਂਕਿ ਯਿਸੂ ਤੁਹਾਡੇ ਲਈ ਮੋਏ। ਉਹ ਤੁਹਾਨੂੰ ਇੰਨਾ ਜ਼ਿਆਦਾ ਪ੍ਰੇਮ ਕਰਦੇ ਹਨ। ਇੱਕ ਦੂਜਾ ਪਹਿਲੂ ਇੱਥੇ ਇਹ ਵੀ ਹੈ ਕਿ ਉਹ ਪ੍ਰੇਮ ਦਾ ਸੱਚਾ ਸੁਭਾਅ ਵਿਖਾਉਂਦਾ ਹੈ। ਪ੍ਰੇਮ ਸਿਰਫ ਇੱਕ ਭਾਵਨਾ ਨਹੀਂ ਹੈ, ਪ੍ਰੇਮ ਲਫ਼ਜ਼ਾਂ ਤੋਂ ਕੁਝ ਵੱਧ ਕੇ ਹੈ, ਉਸ ਵਿੱਚ ਕਾਰਜ ਸ਼ਾਮਿਲ ਹੈ। ਯਿਸੂ ਨੇ ਉਹ ਵਿਖਾਇਆ ਸੀ, ਉਹਨਾਂ ਨੇ ਸਾਡੇ ਲਈ ਜਾਨ ਦੇ ਕੇ ਆਪਣਾ ਪ੍ਰੇਮ ਸਾਨੂੰ ਵਿਖਾਇਆ ਸੀ। ਉਹਨਾਂ ਨੇ ਸਾਡੇ ਲਈ ਆਪਣਾ ਬਲਿਦਾਨ ਦਿੱਤਾ। ਦੋ ਸਾਲ ਪਹਿਲਾਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ, 8 ਸਾਲਾਂ ਤੱਕ ਦਿਮਾਗੀ ਬਿਮਾਰੀਆਂ ਨੂੰ ਸਹਿਣ ਕਰਨ ਤੋਂ ਬਾਅਦ। ਤੇ ਉਹ ਸਭ ਤੋਂ ਔਖੀ ਚੀਜ਼ ਸੀ ਜੋ ਅਸੀਂ ਇੱਕ ਪਰਿਵਾਰ ਦੇ ਤੌਰ ਤੇ ਸਹਿਣ ਕੀਤੀ ਸੀ। ਉਹਨਾਂ ਨੂੰ ਇੱਕ ਪਿਆਰ ਕਰਨ ਵਾਲੇ ਪਿਤਾ ਤੇ ਬਹੁਤ ਹੀ ਦਿਮਾਗਦਾਰ ਭੌਤਿਕ ਵਿਗਿਆਨੀ ਜੋ ਉਹ ਸਨ, ਉਸ ਦਲਦਲ 'ਚ ਗਿਰਦੇ ਵੇਖਣਾ, ਜਿੱਥੇ ਯਾਦਦਾਸ਼ਤ ਗਵਾ ਕੇ ਉਹ ਉਲਝਣ, ਬਹੁਤ ਹੀ ਜ਼ਿਆਦਾ ਕ੍ਰੋਧ ਅਤੇ ਡਰ 'ਚ ਜੀਣ ਲੱਗੇ, ਜੋ ਵੇਖਣਾ ਬਹੁਤ ਦੁਖਦ ਸੀ। ਅਤੇ ਮੈਨੂੰ ਯਾਦ ਹੈ ਉਨੀ ਦਿਨੀ ਮੈਂ ਕੁਝ ਬਹੁਤ ਹੀ ਗੰਭੀਰ ਸਵਾਲ ਆਪਣੇ ਆਪ ਨੂੰ ਪੁੱਛਦਾ ਸੀ ਕਿ ਕਿਉਂ, ਉਹੀ ਕਿਉਂ, ਅਸੀਂ ਹੀ ਕਿਉਂ ਸਾਡੇ ਨਾਲ ਹੀ ਇਹ ਸਭ ਕੁਝ ਹੋ ਰਿਹਾ ਹੈ। ਇੱਦਾਂ ਦੇ ਸਵਾਲ ਮੇਰੇ ਮਨ 'ਚ ਆਉਂਦੇ ਸਨ। ਪਰਮੇਸ਼ਰ ਨੇ ਉਹਨਾਂ ਦੇ ਨਾਲ ਹੀ ਅਜਿਹਾ ਕਿਵੇਂ ਹੋਣ ਦਿੱਤਾ? ਉਹ ਕਿਸੇ ਦੇ ਨਾਲ ਅਜਿਹਾ ਕਿਵੇਂ ਹੋਣ ਦੇ ਸਕਦੇ ਹਨ? ਪਰਮੇਸ਼ਰ ਸਾਡੇ ਨਾਲ ਪ੍ਰੇਮ ਹੋਣ ਤੇ ਸਾਨੂੰ ਕਸ਼ਟ ਕਿਵੇਂ ਸਹਿਣ ਕਰਨ ਦੇ ਸਕਦੇ ਹਨ? ਤੇ ਅਜਿਹੇ ਸਵਾਲ ਬਾਈਬਲ 'ਚ ਕਈ ਵਾਰ ਉੱਠੇ ਹਨ। ਤੁਸੀਂ ਭਜਨਾਂ 'ਚ ਅਜਿਹੇ ਸਵਾਲ ਪੜ੍ਹੋਗੇ ਕਿ ਪਰਮੇਸ਼ਰ ਇੰਨੀ ਦੂਰ ਕਿਉਂ ਹਨ, ਤੇ ਮੈਨੂੰ ਉਵੇਂ ਹੀ ਮਹਿਸੂਸ ਹੋਇਆ ਕਿ ਪਰਮੇਸ਼ਰ ਬਹੁਤ ਦੂਰ ਹਨ। ਫਿਰ ਵੀ ਇੱਕ ਮਸੀਹੀ ਹੋਣ ਤੇ ਅਜਿਹੇ ਸਵਾਲ ਪੁੱਛਣਾ ਬਹੁਤ ਮਹੱਤਵਪੂਰਨ ਹੈ। ਪਰਮੇਸ਼ਰ ਤੇ ਵਿਸ਼ਵਾਸ ਕਰਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਹਮੇਸ਼ਾ ਸ਼ੱਕ ਜਾਂ ਸਵਾਲ ਨਹੀਂ ਕਰ ਸਕਦੇ। ਤੇ ਯਿਸੂ ਨੇ ਖੁਦ ਕਰੂਸ ਤੇ ਦੁਹਾਈ ਦਿੱਤੀ ਸੀ, ਹੇ ਪਰਮੇਸ਼ਰ, ਮੇਰੇ ਪਰਮੇਸ਼ਰ, ਤੁਸੀਂ ਮੈਨੂੰ ਕਿਉਂ ਤਿਆਗ ਦਿੱਤਾ ਹੈ? ਪਰ ਅਸਲ 'ਚ ਕਰੂਸ ਤੇ ਹੀ ਯਿਸੂ ਦੇ ਕਸ਼ਟ ਸਹਿਣ ਕਰਨ ਅਤੇ ਕਰੂਸ ਤੇ ਮੌਤ ਨਾਲ ਮੈਂ ਵੇਖਿਆ ਕਿ ਮੈਨੂੰ ਨਾ ਸਿਰਫ ਪੂਰਨ ਜਵਾਬ ਮਿਲਿਆ, ਬਲਕਿ ਹੋਰ ਬਹੁਤ ਸਾਰੀ ਮਦਦ ਵੀ ਮਿਲੀ ਜਦੋਂ ਇਹ ਸਭ ਕੁਝ ਹੋ ਰਿਹਾ ਸੀ। ਇਹ ਸਮਝਣ ਵਿੱਚ ਕਿ ਪਰਮੇਸ਼ਰ ਬਹੁਤ ਦੂਰ ਅਲੱਗ-ਥਲੱਗ ਕਿਸੇ ਬੱਦਲ ਤੇ ਨਹੀਂ ਬੈਠੇ, ਸਗੋਂ ਉਹ ਖੁਦ ਯਿਸੂ ਦੇ ਰੂਪ ਵਿੱਚ ਆਏ। ਉਹਨਾਂ ਨੇ ਕਸ਼ਟ ਸਹਿਣ ਕੀਤੇ। ਉਹ ਜਾਣਦੇ ਹਨ ਕਿ ਕਸ਼ਟ ਸਹਿਣਾ ਕੀ ਹੁੰਦਾ ਹੈ, ਤੇ ਉਹ ਮੋਏ। ਇਸ ਲਈ ਉਹ ਸਮਝਦੇ ਹਨ ਕਿ ਅਸੀਂ ਕੀ ਸਹਿਣ ਕਰਦੇ ਹਾਂ। ਜੇ ਸਾਨੂੰ ਦਰਦ ਹੁੰਦਾ ਹੈ ਤਾਂ ਉਸ ਦਰਦ ਵਿੱਚ ਸਾਡੇ ਨਾਲ ਹਨ। ਤੇ ਆਖਿਰਕਾਰ ਮੇਰੇ ਪਿਤਾ ਮਰ ਗਏ, ਤੇ ਹਕੀਕਤ 'ਚ ਇਹ ਕਹਿਣਾ ਅਜੀਬ ਲੱਗਦਾ ਹੈ, ਪਰ ਇਹ ਜਿਵੇਂ ਇੱਕ ਰਾਹਤ ਵਰਗਾ ਸੀ। ਸੱਚ ਕਹਾਂ ਤਾਂ ਮੈਨੂੰ ਉਸ ਵੇਲੇ ਸ਼ਾਂਤੀ ਦਾ ਇੱਕ ਅਜੀਬ ਅਹਿਸਾਸ ਹੋਇਆ, ਅਤੇ
ਉਸ ਦਾ ਵੱਡਾ ਕਾਰਨ ਸੀ ਯੀਸ਼ੂ ਦੇ ਫੇਰ ਤੋਂ ਜੀ ਉੱਠਣ ਬਾਰੇ ਪੜ੍ਹਨਾ। ਯੀਸ਼ੂ ਦਾ ਫੇਰ ਤੋਂ ਜੀ ਉੱਠਣਾ ਸਾਨੂੰ ਵਿਖਾਉਂਦਾ ਹੈ ਕਿ ਮੌਤ ਅੰਤ ਨਹੀਂ ਹੈ ਤੇ ਯੀਸ਼ੂ ਨੇ ਆਖਿਰਕਾਰ ਮੌਤ ਨੂੰ ਹਰਾ ਦਿੱਤਾ। ਤੇ ਸਾਨੂੰ ਭਾਵੇਂ ਅੱਜ ਕਸ਼ਟ ਹੋ ਰਿਹਾ ਹੈ, ਪਰ ਇੱਕ ਦਿਨ ਸਾਨੂੰ ਨਾ ਤਾਂ ਕੋਈ ਕਸ਼ਟ ਹੋਵੇਗਾ ਤੇ ਨਾ ਹੀ ਕੋਈ ਦਰਦ। ਫਿਰ ਤੋਂ ਜੀ ਉੱਠਣਾ ਉਸ ਹਾਰ ਦਾ ਉਲਟ ਨਹੀਂ ਸੀ ਜੋ ਕਰੂਸ ਤੇ ਹੋਈ ਸੀ। ਉਹ ਜਿੱਤ ਦਾ ਪ੍ਰਗਟਾਵਾ ਸੀ ਅਤੇ ਉਹ ਸਾਨੂੰ ਵਿਖਾਉਂਦਾ ਹੈ ਕਿ ਬੁਰਾਈ ਦੀ ਜਿੱਤ ਨਹੀਂ ਹੁੰਦੀ ਹੈ। ਤੁਸੀਂ ਸ਼ਾਇਦ ਕਸ਼ਟ ਸਹਿਨ ਕਰ ਰਹੇ ਹੋਵੋ, ਸ਼ਾਇਦ ਦੁੱਖਾਂ ਨਾਲ ਸੰਘਰਸ਼ ਕਰ ਰਹੇ ਹੋਵੋ, ਪਰ ਬੁਰਾਈ ਦੀ ਜਿੱਤ ਨਹੀਂ ਹੋਵੇਗੀ ਕਿਉਂਕਿ ਬੁਰਾਈ ਨੂੰ ਕਰੂਸ ਤੇ ਹਰਾਇਆ ਜਾ ਚੁੱਕਿਆ ਹੈ। ਕਹਾਣੀ ਦਾ ਅੰਤ ਭਲਾ ਹੋਇਆ ਹੈ। ਉਸ ਦੇ ਇਲਾਵਾ ਅਸੀਂ ਵੇਖਦੇ ਹਾਂ ਕਿ ਕਰੂਸ ਉਹਨਾਂ ਸਾਰੀ ਸਮੱਸਿਆਵਾਂ ਨਾਲ ਨਿਬੜਦਾ ਹੈ ਜੋ ਪਾਪ ਕਰਕੇ ਹੁੰਦੀਆਂ ਹਨ। ਕਰੂਸ ਦੇ ਕਰਕੇ ਪਰਮੇਸ਼ਵਰ ਤੇ ਸਾਡੇ ਵਿਚਕਾਰ ਦੀ ਦੀਵਾਰ ਹਟ ਗਈ ਹੈ। ਤੁਸੀਂ ਪਰਮੇਸ਼ਵਰ ਦੇ ਕੋਲ ਆ ਸਕਦੇ ਹੋ। ਸੰਤ ਪੌਲਸ ਨੇ ਇਸ ਨੂੰ ਇੰਜ ਕਿਹਾ, ਪਰਮੇਸ਼ਵਰ ਮਸੀਹ 'ਚ ਸੀ, ਦੁਨੀਆ ਦਾ ਆਪਣੇ ਨਾਲ ਮੇਲ ਕਰਾ ਰਹੇ ਸੀ, ਪਰਮੇਸ਼ਵਰ ਮਸੀਹ 'ਚ ਸੀ। ਅਜਿਹਾ ਨਹੀਂ ਕਿ ਕਰੂਸ ਤੇ ਪਰਮੇਸ਼ਵਰ ਨੇ ਕਿਸੇ ਬੇਗੁਨਾਹ ਬੰਦੇ ਯੀਸ਼ੂ ਨੂੰ ਸਜ਼ਾ ਦਿੱਤੀ ਸੀ। ਉਹ ਜ਼ੁਲਮ ਨਹੀਂ ਹੁੰਦਾ। ਨਹੀਂ, ਪਰਮੇਸ਼ਵਰ ਖੁਦ ਧਰਤੀ ਤੇ ਆਪਣੇ ਪੁੱਤਰ ਦੇ ਰੂਪ ਵਿੱਚ ਆਏ ਸਨ। ਮਸੀਹ ਵਿੱਚ ਪਰਮੇਸ਼ਵਰ ਸਾਡਾ ਆਪਣੇ ਨਾਲ ਮਿਲਾਪ ਕਰ ਰਹੇ ਸਨ, ਸਾਡਾ ਉਹਨਾਂ ਨਾਲ ਮਿਲਾਪ। ਇਹ ਫਜ਼ੂਲ ਖਰਚ ਪੁੱਤਰ ਦੇ ਵਾਂਗ ਹੈ। ਯੀਸ਼ੂ ਨੇ ਸਾਨੂੰ ਉਸ ਦੀ ਕਹਾਣੀ ਸੁਣਾਈ ਜੋ ਘਰ ਛੱਡ ਕੇ ਚਲਿਆ ਗਿਆ ਸੀ, ਆਪਣੇ ਪਿਤਾ ਨੂੰ ਛੱਡ ਕੇ ਚਲਿਆ ਗਿਆ ਸੀ, ਜੋ ਭਟਕ ਗਿਆ ਸੀ, ਉਸ ਤੋਂ ਬਾਅਦ ਘਰ ਪਰਤ ਆਇਆ ਸੀ। ਮੈਨੂੰ ਫਜ਼ੂਲ ਖਰਚ ਪੁੱਤਰ ਨੂੰ ਵਿਖਾਉਣ ਦੇ ਲਈ 40 ਮੈਕਸੀ ਦੀ ਮੂਰਤੀ ਪਿਆਰੀ ਹੈ। ਪਿਤਾ ਦੀ ਇਹ ਤਸਵੀਰ, ਪ੍ਰੇਮ ਕਰਨ ਵਾਲੇ ਪਿਤਾ ਦੀ, ਜਿਸ ਦਾ ਯੀਸ਼ੂ ਨੇ ਬਖਾਨ ਕੀਤਾ ਹੈ, ਜੋ ਪੁੱਤਰ ਦੇ ਘਰ ਆਉਣ ਤੇ ਜਦ ਅਸੀਂ ਘਰ ਪਰਤ ਆਉਂਦੇ ਹਾਂ, ਉਹ ਸਾਨੂੰ ਗਲ ਲਾ ਲੈਂਦੇ ਹਨ, ਪਿਆਰ ਕਰਦੇ ਹਨ, ਚੁੰਮਦੇ ਹਨ, ਖੁਸ਼ ਹੁੰਦੇ ਹਨ ਅਤੇ ਸਾਨੂੰ ਸਹਾਰਾ ਦਿੰਦੇ ਹਨ। ਸਾਡਾ ਉਹਨਾਂ ਨਾਲ ਮਿਲਾਪ ਹੋਇਆ ਹੈ। ਸਾਡਾ ਪਿਤਾ ਦੇ ਨਾਲ ਇੱਕ ਗਹਿਰਾ ਕਰੀਬੀ ਸੰਬੰਧ ਹੋ ਸਕਦਾ ਹੈ ਤੇ ਪਰਮੇਸ਼ਵਰ ਦੇ ਨਾਲ ਮਿਲਾਪ ਕਰਨ ਤੇ ਮੈਂ ਇਹ ਵੇਖਿਆ ਕਿ ਸਾਨੂੰ ਬਾਕੀ ਸੰਬੰਧਾਂ ਦੇ ਵਿੱਚ ਮਿਲਾਪ ਲਿਆਉਣ ਵਿੱਚ ਬਹੁਤ ਮਦਦ ਮਿਲਦੀ ਹੈ। ਯੀਸ਼ੂ ਨੇ ਮੁੱਲ ਚੁਕਾ ਦਿੱਤਾ ਹੈ। ਅਸੀਂ ਸਿਰਫ ਮੁਫਤ ਦਾਤ ਨੂੰ ਸਵੀਕਾਰ ਕਰਨਾ ਹੈ। ਇੱਥੇ ਇੱਕ ਦੇ ਨਾਲ ਇੱਕ ਮੁਫਤ ਨਹੀਂ ਮਿਲਦਾ, ਸਗੋਂ ਕੁਝ ਨਾ ਕੁਝ ਖਰੀਦਣ ਤੇ ਸਭ ਕੁਝ ਮੁਫਤ ਮਿਲਦਾ ਹੈ, ਜੋ ਬਹੁਤ ਫਾਇਦੇ ਦਾ ਸੌਦਾ ਹੈ। ਪਰ ਅਸੀਂ ਜਾ ਕੇ ਉਹੀ ਨਹੀਂ ਕਰ ਸਕਦੇ ਜੋ ਅਸੀਂ ਚਾਹੀਏ, ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਸਾਨੂੰ ਹਮੇਸ਼ਾ ਮਾਫੀ ਮਿਲੇਗੀ। ਅਸਲ 'ਚ ਇਸ ਦੇ ਉਲਟ ਹੁੰਦਾ ਹੈ। ਪਾਪ ਕਰਨ ਦਾ ਕਾਰਨ ਹੋਣ ਦੀ ਬਜਾਏ ਉਹ ਪਾਪ ਨਾ ਕਰਨ ਦੀ ਪ੍ਰੇਰਣਾ ਹੁੰਦੀ ਹੈ। ਮੈਨੂੰ ਅਕਸਰ ਪੁੱਛਿਆ ਜਾਂਦਾ ਤੁਸੀਂ ਗੁਨਾਹ ਦੇ ਰਸਤੇ ਤੇ ਕਿਉਂ ਚੱਲ ਰਹੇ ਸੀ। ਮੈਂ ਕਹਿੰਦਾ ਮੈਂ ਜਾਣਬੁੱਝ ਕੇ ਇਹ ਫੈਸਲਾ ਨਹੀਂ ਲਿੱਤਾ ਸੀ। ਮੈਂ ਸਕੂਲ 'ਚ ਸਲਾਹ ਦੇਣ ਵਾਲਿਆਂ ਤੋਂ ਨਹੀਂ ਪੁੱਛਿਆ ਕਿ ਅਸੀਂ ਡਕੈਤੀ ਦਾ ਕੋਈ ਕੋਰਸ ਕਰ ਸਕਦੇ ਹਾਂ। ਸੱਚ ਇਹ ਹੈ ਕਿ ਉਹ ਸਾਡੇ ਚਾਰੋਂ ਪਾਸੇ ਸੀ ਅਤੇ ਉਹਦੀ ਸ਼ੁਰੂਆਤ ਸ਼ਰਾਬਖੋਰੀ ਅਤੇ ਗਾਂਜਾ ਆਦਿ ਪਦਾਰਥਾਂ ਤੋਂ ਹੋਈ ਸੀ। ਅਸੀਂ ਮਹਿੰਗੀਆਂ ਗੱਡੀਆਂ ਦੇ ਬੈਜ ਚੋਰੀ ਕਰਕੇ ਉਹਨਾਂ ਦੀ ਵਪਾਰੀ ਕਾਰਡਾਂ ਦੇ ਵਾਂਗ ਅਦਲਾ ਬਦਲੀ ਕਰਦੇ ਸਾਂ। ਹੌਲੀ ਹੌਲੀ ਅਸੀਂ ਪੂਰੀ ਗੱਡੀ ਹੀ ਚੁਰਾਉਣ ਲੱਗੇ। ਅਜਿਹੇ ਲੋਕਾਂ ਨਾਲ ਜੁੜ ਗਿਆ ਜੋ ਆਪਣੇ ਫਾਇਦੇ ਦੇ ਲਈ ਇਸਤੇਮਾਲ ਕਰਦੇ ਸੀ। ਅਸੀਂ ਇੱਕ ਬੰਦੇ ਦੇ ਘਰ ਗਏ ਜਿਨੇ ਉਹਨਾਂ ਦੇ ਥੋੜੇ ਪੈਸੇ ਦੇਣੇ ਸੀ। ਉਹ ਇੱਕ ਛੋਟੀ ਰਕਮ ਸੀ, ਪਰ ਸਮੱਸਿਆ ਇਹ ਸੀ ਕਿ ਉਹ ਸਭ ਨੂੰ ਕਹਿੰਦਾ ਫਿਰ ਰਿਹਾ ਸੀ ਕਿ ਉਹ ਉਹਨਾਂ ਦੇ ਪੈਸੇ ਨਹੀਂ ਮੋੜੇਗਾ ਤੇ ਉਹਨਾਂ ਨੇ ਇੱਕ ਮਿਸਾਲ ਦੇਣੀ ਸੀ। ਸੋ ਉਹ ਉਹਨਾਂ ਦੇ ਘਰ ਗਏ। ਉਹ ਆਪਣੇ ਬਗੀਚੇ 'ਚ ਸੀ, ਉਹਦਾ ਬੇਟਾ ਵੀ ਨਾਲ ਸੀ। ਸੋ ਅਸੀਂ ਗੱਡੀ 'ਚੋਂ ਨਿਕਲੇ, ਉਹਨੂੰ ਫੜ ਲਿਆ, ਉਹਨੂੰ ਗੱਡੀ 'ਚ ਆਪਣੇ ਵਿਚਕਾਰ ਬਿਠਾਇਆ ਅਤੇ ਗੱਡੀ ਨੂੰ ਉਹ 9 ਸਕੌਡੀ ਨਾਮ ਦੀ ਥਾਂ ਤੇ ਲੈ ਗਏ ਅਤੇ ਗੱਡੀ ਦੀ ਡਿੱਕੀ 'ਚੋਂ ਇੱਕ ਨਕੀਲੀ ਚੀਜ਼ ਕੱਢ ਕੇ ਮੈਨੂੰ ਦੇ ਕੇ ਕਿਹਾ, ਇਹਦੇ ਪੈਰਾਂ ਤੇ ਇਸ ਨਾਲ ਜ਼ਖਮ ਕਰੋ। ਤੇ ਇਹ ਮੇਰੀ ਸ਼ੁਰੂਆਤ ਸੀ। ਸੋ ਇਹ ਸਿਲਸਿਲਾ ਵੱਧਦਾ ਹੀ ਗਿਆ। ਥੋੜੇ ਲਫ਼ਜ਼ਾਂ 'ਚ ਦੱਸਦਾ, ਮੈਂ ਜੇਲ੍ਹ ਪਹੁੰਚ ਗਿਆ। ਕੋਰਟ ਦੇ ਕਮਰਾ ਨੰਬਰ 3 ਵਿੱਚ ਮੈਨੂੰ 7.5 ਸਾਲ ਦੀ ਸਜ਼ਾ ਸੁਣਾਈ ਗਈ। ਮੈਂ ਮਨ ਵਿੱਚ ਸੋਚਿਆ ਬਸ ਇੰਨੀ। ਸੋ ਮੈਨੂੰ ਇੱਕ ਤੋਂ ਦੂਜੀ ਅਤੇ ਤੀਜੀ ਜੇਲ੍ਹ 'ਚ ਲੈ ਗਏ ਅਤੇ ਆਪਣੇ ਵਿਵਹਾਰ ਦੇ ਕਰਕੇ ਮੇਰੇ ਤੇ ਸਖਤ ਪਹਿਰਾ ਲਾਇਆ ਗਿਆ। ਅਤੇ ਉੱਥੇ ਇੱਕ ਮੁੰਡਾ ਘੁੰਮ ਰਿਹਾ ਸੀ ਜੋ ਕੈਦੀ ਸੀ। ਉਹਨੇ ਮੇਰੇ ਕੋਲ ਆ ਕੇ ਪੁੱਛਿਆ ਕਿ ਤੂੰ ਅਲਫਾ ਕੋਰਸ ਕਰਨਾ ਚਾਹੇਂਗਾ। ਮੈਂ ਨਹੀਂ ਜਾਣਦਾ ਸੀ ਕਿ ਉਹ ਕੀ ਗੱਲ ਕਰ ਰਿਹਾ ਸੀ। ਮੈਂ ਉਹਨੂੰ ਕਿਹਾ, ਦੇਖ ਛੁਟਕੂ, ਇਸ ਤੋਂ ਪਹਿਲਾਂ ਕਿ ਮੈਂ ਤੈਨੂੰ ਚਪੇੜ ਮਾਰਾਂ, ਇੱਥੋਂ ਚੱਲਦਾ ਬਣ। ਮੈਂ ਉਹਦੇ ਬਾਰੇ ਹੋਰ ਨਹੀਂ ਸੋਚਿਆ। ਉਹ ਮੁੰਡਾ ਅਗਲੇ ਦਿਨ ਫੇਰ ਆਪਣੇ ਕਲਿੱਪਬੋਰਡ ਦੇ ਨਾਲ ਘੁੰਮ ਰਿਹਾ ਸੀ। ਮੈਂ ਉਹਦਾ ਆਪਣੇ ਸਾਹਮਣੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਉਹਨੂੰ ਸ਼ਾਇਦ ਮਹਿਸੂਸ ਹੋਇਆ ਕਿ ਕੁਝ ਗੜਬੜ ਹੈ, ਕਿਉਂਕਿ ਉਹਨੇ ਬਹੁਤ ਕਾਲੀ ਜਿਹੇ ਕੁਝ ਕਿਹਾ। ਉਹਨੇ ਕਿਹਾ, ਤੁਹਾਨੂੰ ਬੁੱਧਵਾਰ ਦੁਪਹਿਰ ਨੂੰ ਕੋਠੜੀ ਤੋਂ ਨਿਕਲਣ ਨੂੰ ਮਿਲੇਗਾ
ਅਤੇ ਤੁਹਾਨੂੰ ਮੁਫਤ ਕਾਫੀ ਅਤੇ ਬਿਸਕੁਟ ਵੀ ਮਿਲਣਗੇ। ਠੀਕ ਹੈ, ਫਿਰ ਬੁੱਧਵਾਰ ਨੂੰ ਮਿਲਾਂਗੇ। ਤੇ ਅਸੀਂ ਉਹਨਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕੀਤਾ। ਸੱਚਮੁੱਚ ਬਹੁਤ ਪਰੇਸ਼ਾਨ ਨੇ। ਇੱਕ ਚੀਜ਼ ਜਿਹਨੇ ਮੈਨੂੰ ਰੋਕਿਆ ਉਹ ਉਹਨਾਂ ਦੀ ਕਹੀ ਕੋਈ ਗੱਲ ਨਹੀਂ ਸੀ, ਕਿਉਂਕਿ ਮੈਂ ਅਸਲ 'ਚ ਸੁਣ ਨਹੀਂ ਰਿਹਾ ਸੀ, ਸਗੋਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹ ਹਰ ਵਾਰ ਮੇਰੇ ਕੋਲ ਪ੍ਰੇਮ ਅਤੇ ਦਇਆ ਦੇ ਨਾਲ ਪਰਤਦੇ ਰਹੇ। ਸੋ ਮੈਂ ਉੱਥੇ ਆਪਣੀ ਕੋਠੜੀ ਵਿੱਚ ਬਹਿ ਕੇ ਜੀਵਨ 'ਚ ਪਹਿਲੀ ਵਾਰ ਅਸਲੀ ਪ੍ਰਾਰਥਨਾ ਕੀਤੀ। ਮੈਂ ਨਹੀਂ ਜਾਣਦਾ ਸੀ ਕਿ ਮੈਂ ਇਹ ਸਹੀ ਕਰ ਰਿਹਾ ਸੀ ਜਾਂ ਨਹੀਂ, ਪਰ ਉਹਦਾ ਸਾਰ ਤੱਤ ਸੀ, ਪਰਮੇਸ਼ਵਰ, ਮੈਂ ਚਾਹੁੰਦਾ ਕਿ ਤੁਸੀਂ ਮੇਰਾ ਗੁੱਸਾ, ਹਿੰਸਾ ਅਤੇ ਘਿਰਨਾ ਲੈ ਲਵੋ। ਮੈਂ ਚਾਹੁੰਦਾ ਕਿ ਤੁਸੀਂ ਮੇਰੇ ਐਬ ਲੈ ਲਵੋ ਜਿਨ੍ਹਾਂ ਨਾਲ ਮੈਂ ਸੰਘਰਸ਼ ਕਰਕੇ ਹਰ ਵਾਰ ਹਾਰ ਜਾਂਦਾ। ਜੇ ਤੁਸੀਂ ਮੇਰੇ ਨਾਲ ਅਜਿਹਾ ਕਰੋਗੇ ਤਾਂ ਮੈਂ ਆਪਣਾ ਬਾਕੀ ਦਾ ਜੀਵਨ ਤੁਹਾਡੇ ਲਈ ਜੀਵਾਂਗਾ। ਅਗਲੀ ਸਵੇਰ ਉੱਠਣ ਤੇ ਰੋਜ਼ ਵਾਂਗ ਸਿਗਰਟ ਲਈ ਹੱਥ ਵਧਾਇਆ, ਜਿਵੇਂ ਮੈਂ ਹਮੇਸ਼ਾ ਕਰਦਾ ਸੀ, ਪਰ ਮੈਂ ਉਹਨੂੰ ਛੂਹ ਨਾ ਸਕਿਆ। ਉਹਦੇ ਵਿਚਾਰਾਂ ਵਿੱਚ ਸੀ, ਉਹਦੀ ਬਦਬੂ, ਉਹਦਾ ਵਿਚਾਰ, ਉਹਦਾ ਧੂੰਆਂ, ਸਭ ਕੁਝ। ਤੇ ਮੈਂ ਜਾਣਦਾ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ। ਸੋ ਮੈਂ ਉੱਥੇ ਗਿਆ ਜਿੱਥੇ ਮੈਂ ਸਿਗਰਟ ਰੱਖੀ ਸੀ ਅਤੇ ਉਹਨੂੰ ਬਾਰੀ ਤੋਂ ਬਾਹਰ ਸੁੱਟ ਦਿੱਤਾ। ਮੈਂ ਜਿਵੇਂ ਹੀ ਉਹਨਾਂ ਨੂੰ ਸੁੱਟਿਆ, ਮੈਂ ਥੋੜਾ ਬਿਹਤਰ ਮਹਿਸੂਸ ਕਰਨ ਲੱਗਿਆ। ਮੈਨੂੰ ਥੋੜੀ ਸ਼ਾਂਤੀ ਮਹਿਸੂਸ ਹੋਣ ਲੱਗੀ, ਪਰ ਮੈਂ ਹਾਲੇ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋਇਆ ਸੀ। ਇਸ ਲਈ ਮੈਂ ਖੁਦ ਨੂੰ ਕਿਹਾ, ਡੈਰਲ, ਸ਼ਾਂਤ ਹੋ ਜਾ ਅਤੇ ਜਾ ਕੇ ਨਹਾ ਲੈ, ਸ਼ੇਵ ਕਰ ਲੈ। ਅਤੇ ਮੈਂ ਜਿਵੇਂ ਨਹਾਉਣ ਲੱਗਿਆ, ਮੈਂ ਖੁਦ ਨੂੰ ਸ਼ੀਸ਼ੇ ਵਿੱਚ ਵੇਖਿਆ ਤਾਂ ਉੱਥੇ ਰੁਕ ਗਿਆ, ਕਿਉਂਕਿ ਮੈਂ ਆਪਣੀ ਸ਼ਕਲ ਨਹੀਂ ਪਛਾਣੀ। ਮੈਂ ਸੋਚਿਆ, ਉਹ ਬੰਦਾ ਤਾਂ ਮੁਸਕਰਾ ਰਿਹਾ ਹੈ, ਇੰਨਾ ਹੀ ਨਹੀਂ, ਇਹ ਸੱਚਮੁੱਚ ਖੁਸ਼ ਹੈ। ਤੇ ਮੈਂ ਵੇਖਿਆ ਕਿ ਮੈਂ ਸਿਰਫ ਅਲੱਗ ਦਿਸਦਾ ਹੀ ਨਹੀਂ ਸੀ, ਮਹਿਸੂਸ ਵੀ ਕਰ ਰਿਹਾ ਸੀ। ਸਭ ਕੁਝ ਚਲਾ ਗਿਆ ਸੀ। ਇੰਜ ਸੀ ਜਿਵੇਂ ਕਿਸੇ ਨੇ ਮੇਰੇ ਸਿਰ ਦਾ ਸਕਰੂ ਖੋਲ ਕੇ ਉਸ 'ਚ ਬਰਫ਼ ਵਾਲਾ ਪਾਣੀ ਪਾ ਦਿੱਤਾ ਹੋਵੇ। ਸਾਰਾ ਕਚਰਾ ਨਿਕਲ ਕੇ ਸਾਫ਼ ਹੋ ਗਿਆ ਸੀ। ਜਦ ਪਾਦਰੀ ਉਸ ਪਾਸੇ ਆਇਆ ਤਾਂ ਮੈਂ ਉਹਨੂੰ ਸਭ ਕੁਝ ਦੱਸ ਦਿੱਤਾ। ਉਹਨੇ ਕਿਹਾ, ਕੱਲ ਰਾਤ ਜੋ ਬੰਦਾ ਸੌਣ ਗਿਆ ਸੀ, ਉਹ ਬੰਦਾ ਨਹੀਂ ਹੈ ਜੋ ਅੱਜ ਇੱਥੇ ਖੜਾ ਹੈ। ਪਲ ਮੈਂ ਕਿਹਾ, ਮੈਂ ਲੜਾਂਗਾ ਨਹੀਂ, ਨਸ਼ਾ ਨਹੀਂ ਕਰਾਂਗਾ, ਮਾਰ ਕੁਟਾਈ ਨਹੀਂ ਕਰਾਂਗਾ। ਜੇ ਤੁਸੀਂ ਮੈਨੂੰ ਕੁਝ ਦੇਣਾ ਹੈ, ਉਹਨੂੰ ਭੁੱਲ ਜਾਓ। ਜੇ ਮੇਰਾ ਕੋਈ ਤੁਹਾਡੇ ਕੋਲ ਹੈ ਤੇ ਉਹਨੂੰ ਰੱਖ ਲਵੋ, ਮੈਨੂੰ ਉਹ ਨਹੀਂ ਚਾਹੀਦਾ। ਹੁਣ ਹੋਰ ਨਹੀਂ, ਯਿਸੂ ਨੇ ਮੇਰਾ ਉਧਾਰ ਕੀਤਾ। ਉਸ ਤੋਂ ਬਾਅਦ ਜਦੋਂ ਜੇਲ੍ਹ ਤੋਂ ਮੇਰੀ ਰਿਹਾਈ ਦਾ ਸਮਾਂ ਆਇਆ, ਮੈਨੂੰ ਪਤਾ ਸੀ ਮੈਂ ਪੂਰੇ ਸਮੇਂ ਦੀ ਸੇਵਕਾਈ 'ਚ ਜਾਵਾਂਗਾ। ਰੈਵਰੈਂਡ ਮਾਰਕ ਫਿੰਚ ਜੇਪੀ ਨੇ, ਜੋ ਮੈਜਿਸਟ੍ਰੇਟ ਹੈ, ਮੈਨੂੰ ਕਿਹਾ ਕਿ ਤੁਸੀਂ ਲਿਵਰਪੂਲ ਦੇ ਕੋਲ ਰਨਕਾਮ 'ਚ ਆਉਣ ਦੇ ਬਾਰੇ 'ਚ ਵਿਚਾਰ ਕਰੋਗੇ। ਅਸੀਂ ਉੱਥੇ ਨਵਾਂ ਗਿਰਜਾ ਬਣਾ ਰਹੇ ਹਾਂ, ਉਹਨੂੰ ਸ਼ੁਰੂ ਕਰਨ ਹੀ ਵਾਲੇ ਹਾਂ। ਉਹ ਮੈਨੂੰ ਆਪਣੇ ਘਰ ਲੈ ਗਏ, ਮਕਾਨ 'ਚ ਨਹੀਂ, ਘਰ 'ਚ। ਅਤੇ ਉਹਨਾਂ ਦੀ ਸਭ ਤੋਂ ਵੱਡੀ ਔਲਾਦ ਉਹਨਾਂ ਦੀ ਬੇਟੀ ਰਿਬੈਕਾ ਸੀ, ਜੋ ਹੁਣ ਮੇਰੀ ਘਰਵਾਲੀ ਅਤੇ ਮੇਰੇ 2 ਪਿਆਰੇ ਬੱਚਿਆਂ ਬੈਂਜਾਮਿਨ ਅਤੇ ਲੀਡੀਆ ਗ੍ਰੇਸ ਦੀ ਮਾਂ ਹੈ। ਮੇਰਾ ਜੀਵਨ ਉਸ ਤੋਂ ਵੱਖ ਨਹੀਂ ਹੋ ਸਕਦਾ ਜਿਵੇਂ ਕਿ ਉਹ ਹੁਣ ਹੈ। ਪਾਪ ਦਾ ਕਾਬੂ ਕਰੂਸ ਦੇ ਦੁਆਰਾ ਤੋੜਿਆ ਗਿਆ ਸੀ। ਯੀਸ਼ੂ ਨੇ ਕਿਹਾ, ਜੇ ਪੁੱਤਰ ਤੁਹਾਨੂੰ ਆਜ਼ਾਦ ਕਰੇ ਤਾਂ ਤੁਸੀਂ ਬੇਸ਼ੱਕ ਆਜ਼ਾਦ ਹੋ। ਸਾਡੀਆਂ ਆਦਤਾਂ ਛੁੱਟ ਜਾਂਦੀਆਂ ਹਨ। ਮਸੀਹੀ ਬਣਨ ਤੋਂ ਪਹਿਲਾਂ ਮੇਰਾ ਬਹੁਤ ਗੁਸੈਲ ਸੁਭਾਅ ਸੀ। ਮੇਰੇ ਪਿਤਾ ਵੀ ਬਹੁਤ ਗੁਸੈਲ ਸੀ ਅਤੇ ਇਹ ਮੈਨੂੰ ਵਿਰਸੇ ਵਿੱਚ ਮਿਲਿਆ ਸੀ। ਮੈਂ ਸੋਚਦਾ ਲੱਗਦਾ ਸਾਰਾ ਜੀਵਨ ਮੈਂ ਗੁਸੈਲ ਸੁਭਾਅ ਦਾ ਰਵਾਂਗਾ, ਪਰ ਮੈਂ ਵੇਖਿਆ ਕਿ ਯੀਸ਼ੂ ਨੇ ਮੈਨੂੰ ਆਜ਼ਾਦ ਕਰ ਦਿੱਤਾ ਹੈ। ਜੀਵਨ ਦੇ ਬਾਕੀ ਪੱਖਾਂ ਵਿੱਚ ਇਹ ਕਿਤੇ ਲੰਮੀ ਪ੍ਰਕਿਰਿਆ ਰਹੀ ਹੈ ਅਤੇ ਹਾਲ ਵਿੱਚ ਹੀ ਕੁਝ ਚੀਜ਼ਾਂ ਹਨ ਜਿਨ੍ਹਾਂ ਨਾਲ ਮੈਂ ਸੰਘਰਸ਼ ਕਰਦਾ। 2 ਧਰਮ ਸ਼ਾਸਤਰੀ ਵਾਕਾਂ ਵਿੱਚ ਕਹਾਂਗਾ, ਸਾਨੂੰ ਤੁਰੰਤ ਜਾਇਜ਼ ਠਹਿਰਾਇਆ ਜਾਂਦਾ ਹੈ। ਸਾਨੂੰ ਕਰੂਸ ਦੇ ਦੁਆਰਾ ਤੁਰੰਤ ਪਰਮੇਸ਼ਵਰ ਦੇ ਨਾਲ ਜਾਇਜ਼ ਠਹਿਰਾਇਆ ਜਾਂਦਾ ਹੈ। ਪਰ ਪਵਿੱਤਰ ਹੋਣਾ ਮਤਲਬ ਯੀਸ਼ੂ ਵਾਂਗ ਬਣਨ ਦੀ ਪ੍ਰਕਿਰਿਆ ਵਿੱਚ ਉਸ ਤੋਂ ਕਿਤੇ ਵੱਧ ਸਮਾਂ ਲੱਗਦਾ ਹੈ। ਸੰਤ ਯੂਹੰਨਾ ਲਿਖਦੇ ਹਨ, ਯੀਸ਼ੂ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ। ਅਸੀਂ ਲਗਾਤਾਰ ਖਿਮਾ ਪ੍ਰਾਪਤ ਕਰਦੇ ਹਾਂ, ਇਸ ਲਈ ਸਾਨੂੰ ਲਗਾਤਾਰ ਮਾਫ ਕਰਦੇ ਰਹਿਣਾ ਚਾਹੀਦਾ ਹੈ। ਮੇਰੇ ਲਈ ਪਰਮੇਸ਼ਵਰ ਦੀ ਖਿਮਾ ਨੂੰ ਮਹਿਸੂਸ ਕਰਨਾ ਬਹੁਤ ਅਸਰਦਾਰ ਰਿਹਾ ਹੈ। ਮਸੀਹੀ ਬਣਨ ਤੋਂ ਪਹਿਲਾਂ ਜੇ ਕੋਈ ਮੈਨੂੰ ਠੇਸ ਪਹੁੰਚਾਉਂਦਾ, ਮੈਂ ਜ਼ਿੰਦਗੀ ਭਰ ਉਸ ਬੰਦੇ ਨਾਲ, ਪਰ ਅਜਿਹਾ ਕਰਨ ਦਾ ਮਤਲਬ ਹੈ ਉਸ ਬੰਦੇ ਨੂੰ ਆਪਣੇ ਦਿਮਾਗ 'ਚ ਬਿਨਾਂ ਕਿਰਾਏ ਦੇ ਰਹਿਣ ਦੇਣਾ। ਦਿਲ 'ਚ ਮਾਫ ਨਾ ਕਰਕੇ ਮੈਂ ਸੋਚਦਾ ਸੀ ਕਿ ਮੈਂ ਉਸ ਬੰਦੇ ਨੂੰ ਨੁਕਸਾਨ ਪਹੁੰਚਾ ਰਿਹਾ ਸੀ, ਪਰ ਹੁਣ ਮੈਂ ਸਮਝਦਾ ਕਿ ਉਸਨੇ ਉਸ ਦੂਜੇ ਬੰਦੇ ਤੋਂ ਵੱਧ ਮੇਰਾ ਨੁਕਸਾਨ ਕੀਤਾ ਸੀ। ਕਿਸੇ ਨੇ ਕਿਹਾ ਹੈ ਕਿ ਕਿਸੇ ਨੂੰ ਮਾਫ ਨਾ ਕਰਨਾ ਇਹ ਆਸ ਕਰਕੇ ਜ਼ਹਿਰ ਪੀਣਾ ਹੈ ਕਿ ਉਹ ਬੰਦਾ ਮਰ ਜਾਵੇਗਾ। ਇੱਕ ਵਾਰ ਪਰਮੇਸ਼ਵਰ ਦੀ ਮਾਫੀ ਮਹਿਸੂਸ ਕਰਨ ਦੇ ਬਾਅਦ, ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਮਾਫ ਕੀਤਾ ਹੈ, ਤੁਹਾਨੂੰ ਖੁਦ ਨੂੰ ਮਾਫ ਕਰਨਾ ਚਾਹੀਦਾ ਹੈ। ਅਤੇ ਇਹ ਸਭ ਤੋਂ ਔਖਾ ਹੈ, ਪਰ ਅਸੀਂ ਇਹ ਕਰਨਾ ਹੈ ਕਿਉਂਕਿ ਜਿਵੇਂ C.S. ਲੂਇਸ ਨੇ ਕਿਹਾ ਹੈ, ਖੁਦ ਨੂੰ ਮਾਫ ਕਰਨਾ ਖੁਦ ਨੂੰ ਪਰਮੇਸ਼ਵਰ ਤੋਂ ਵੱਡਾ ਅਧਿਕਾਰੀ ਤੈਅ ਕਰਨਾ ਹੈ। ਜੇ ਪਰਮੇਸ਼ਵਰ ਮਾਫ ਕਰਦੇ ਹਨ, ਕੀ ਤੁਹਾਨੂੰ ਖੁਦ ਨੂੰ ਮਾਫ ਕਰਨਾ ਚਾਹੀਦਾ ਹੈ? ਤੇ ਅਸੀਂ ਦੂਜਿਆਂ ਨੂੰ ਮਾਫ ਕਰਦੇ ਹਾਂ ਕਿਉਂਕਿ ਸਾਨੂੰ ਵੀ ਬਹੁਤ ਮਾਫੀ ਮਿਲੀ ਹੈ। ਖਿਮਾ ਕਰਨਾ ਇੱਕ ਚੋਣ ਹੈ, ਕੋਈ ਵਿਕਲਪ ਨਹੀਂ ਹੈ। ਇਹ ਆਸਾਨ ਨਹੀਂ ਹੁੰਦਾ। C.S. ਲੂਇਸ ਨੇ ਕਿਹਾ, ਸਭ ਸੋਚਦੇ ਨੇ ਕਿ ਖਿਮਾ ਇੱਕ ਵਧੀਆ ਵਿਚਾਰ ਹੈ,
ਜਦ ਤੱਕ ਉਹਨਾਂ ਨੇ ਕਿਸੇ ਨੂੰ ਮਾਫ ਨਹੀਂ ਕਰਨਾ ਹੁੰਦਾ ਤੇ ਉਹ ਸੱਚਮੁੱਚ ਔਖਾ ਹੁੰਦਾ ਹੈ। ਪਰ ਇਹ ਬਿਲਕੁਲ ਸੱਚ ਹੈ ਕਿ ਪਹਿਲਾਂ ਮਾਫੀ ਮੰਗਣ ਵਾਲਾ ਬਹਾਦਰ ਹੁੰਦਾ ਹੈ, ਪਹਿਲਾਂ ਮਾਫ ਕਰਨ ਵਾਲਾ ਸਭ ਤੋਂ ਬਲਵਾਨ ਅਤੇ ਪਹਿਲਾਂ ਭੁੱਲਣ ਵਾਲਾ ਸਭ ਤੋਂ ਪ੍ਰਸੰਨ ਹੁੰਦਾ ਹੈ। ਮੇਰੇ ਸਭ ਤੋਂ ਮਹਾਨ ਪ੍ਰੇਰਣਾ ਸਰੋਤਾਂ ਵਿੱਚੋਂ ਇੱਕ ਹੈ ਕੋਰੀ ਟੈਨ ਬੂਮ। ਉਹ ਇੱਕ ਡੱਚ ਯਹੂਦੀ ਹੈ ਜੋ ਯੁੱਧ ਦੇ ਦੌਰਾਨ ਯਹੂਦੀਆਂ ਨੂੰ ਲੁਕਾਉਂਦੀ ਸੀ। ਉਹ ਫੜੀ ਗਈ, ਉਸ ਨੂੰ ਅਤੇ ਉਸਦੇ ਪਿਤਾ ਨੂੰ ਰਾਵਨਸਬਰੁਕ ਕਨਸੈਂਟਰੇਸ਼ਨ ਕੈਂਪ ਭੇਜਿਆ ਗਿਆ। ਉਸਦੇ ਪਿਤਾ ਤੇ ਭੈਣ ਬੈਟਸੀ ਦੀ ਉੱਥੇ ਹੀ ਮੌਤ ਹੋਈ। ਉਹ ਇੱਕ ਸ਼ਾਨਦਾਰ ਔਰਤ ਹੈ। ਜੰਗ ਦੇ ਬਾਅਦ ਉਹ ਜਾ ਕੇ ਲੋਕਾਂ ਨਾਲ ਖਿਮਾ ਦੇ ਬਾਰੇ 'ਚ ਗੱਲ ਕਰਦੀ ਸੀ। ਇੱਕ ਵਾਰ ਉਹ ਜਰਮਨੀ ਦੇ ਇੱਕ ਗਿਰਜੇ ਵਿੱਚ ਬੋਲ ਰਹੀ ਸੀ ਤੇ ਗੱਲਬਾਤ ਦੇ ਆਖਰ 'ਚ ਉਸਨੇ ਆਪਣੇ ਕੋਲ ਆਏ ਇੱਕ ਬੰਦੇ ਨੂੰ ਪਛਾਣ ਲਿਆ ਕਿ ਉਹ ਬੰਦਾ ਰਾਵਨਸਬਰੁਕ ਦੇ ਸਭ ਤੋਂ ਜ਼ਾਲਮ ਸੁਰੱਖਿਆ ਕਰਮਚਾਰੀਆਂ ਵਿੱਚੋਂ ਇੱਕ ਸੀ। ਉਸਨੇ ਉਹਦੀ ਉਂਝ ਹੀ ਕਲਪਨਾ ਕੀਤੀ ਸੀ। ਉਸਨੇ ਉਹਨਾਂ ਕੋਲ ਆ ਕੇ ਕਿਹਾ, ਮੈਂ ਰਾਵਨਸਬਰੁਕ ਵਿੱਚ ਇੱਕ ਸੁਰੱਖਿਆ ਕਰਮੀ ਸੀ। ਉਸਨੇ ਕੋਰੀ ਨੂੰ ਨਹੀਂ ਪਛਾਣਿਆ, ਪਰ ਕੋਰੀ ਨੇ ਉਸਨੂੰ ਪਛਾਣ ਲਿਆ। ਉਹ ਉਸਨੂੰ ਵੇਖ ਰਹੀ ਸੀ ਤੇ ਉਸਨੂੰ ਉਹਦੇ ਕੋਲੋਂ ਦੀ ਆਪਣਾ ਨੰਗੇ ਲੰਘਣਾ ਯਾਦ ਸੀ। ਉਹਨੇ ਕਿਹਾ ਕਿ ਉਹਨੂੰ ਬਹੁਤ ਉਦਾਸੀ ਤੇ ਕ੍ਰੋਧ ਮਹਿਸੂਸ ਹੋਇਆ। ਉਸਨੇ ਕਿਹਾ, ਮੈਂ ਹੁਣ ਮਸੀਹੀ ਬਣ ਗਿਆ। ਮੈਂ ਜਾਣਦਾ ਕਿ ਮੈਂ ਕੁਝ ਬਹੁਤ ਜ਼ਾਲਮ ਕੰਮ ਕੀਤੇ ਹਨ, ਪਰ ਉਹਨਾਂ ਕੰਮਾਂ ਦੇ ਲਈ ਮੈਂ ਪਰਮੇਸ਼ਵਰ ਤੋਂ ਖਿਮਾ ਪ੍ਰਾਪਤ ਕੀਤੀ ਹੈ ਅਤੇ ਮੈਂ ਪਰਮੇਸ਼ਵਰ ਦਾ ਅਨੁਗ੍ਰਹਿ ਚਾਹੁੰਦਾ ਤਾਂ ਜੋ ਮੈਂ ਆਪਣੇ ਸ਼ਿਕਾਰਾਂ ਵਿੱਚੋਂ ਕਿਸੇ ਇੱਕ ਤੋਂ ਮਾਫੀ ਮੰਗ ਸਕਾਂ। ਫ੍ਰਾਇਲਨ ਟੈਨ ਬੂਮ, once you were forgiven। ਕਿ ਤੁਸੀਂ ਮੈਨੂੰ ਮਾਫ ਕਰੋਗੇ? ਮੈਂ ਨਹੀਂ ਕਰ ਪਾ ਰਹੀ ਸੀ। ਮੈਨੂੰ ਉਹਦੇ ਕਰਕੇ ਆਪਣੀ ਮਰਦੀ ਹੋਈ ਭੈਣ ਦੇ ਕਸ਼ਟ ਯਾਦ ਆਏ। ਹਾਂ, ਉਹਦੇ ਕਸ਼ਟ ਮੈਥੋਂ ਨਹੀਂ ਹੋ ਰਿਹਾ ਸੀ। ਮੈਂ ਸਿਰਫ ਉਸ ਤੋਂ ਨਫ਼ਰਤ ਕਰਦੀ ਸੀ। ਉਹਦੇ ਬਾਅਦ ਮੈਂ ਕਿਹਾ, ਤੇਰਾ ਧੰਨਵਾਦ ਯਿਸੂ ਕਿ ਤੂੰ ਮੇਰੇ ਦਿਲ 'ਚ ਪਰਮੇਸ਼ਵਰ ਦਾ ਪ੍ਰੇਮ ਉਸ ਪਵਿੱਤਰ ਆਤਮਾ ਦੇ ਜ਼ਰੀਏ ਲੈ ਕੇ ਆਇਆ ਹੈ ਜੋ ਮੈਨੂੰ ਦਿੱਤਾ ਗਿਆ ਸੀ। ਤੇਰਾ ਧੰਨਵਾਦ ਪਿਤਾ ਕਿ ਤੇਰਾ ਪ੍ਰੇਮ ਮੇਰੀ ਨਫ਼ਰਤ ਤੇ ਮਾਫ ਨਾ ਕਰਨ ਤੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ। ਉਸੇ ਪਲ ਤੋਂ ਮੈਂ ਆਜ਼ਾਦ ਹੋ ਗਈ। ਮੈਂ ਉਸਨੂੰ ਕਹਿ ਸਕੀ, ਭਾਈ ਮੈਨੂੰ ਆਪਣਾ ਹੱਥ ਦਿਓ, ਤੇ ਮੈਂ ਉਸ ਦੇ ਨਾਲ ਹੱਥ ਮਿਲਾਇਆ। ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਪਰਮੇਸ਼ਰ ਦਾ ਪ੍ਰੇਮ ਮੇਰੀ ਬਾਂਹ 'ਚ ਵਗ ਰਿਹਾ ਹੋਵੇ। ਤੁਸੀਂ ਪਰਮੇਸ਼ਰ ਦੇ ਪ੍ਰੇਮ ਦੇ ਸਾਗਰ ਨੂੰ ਕਦੇ ਉਦਾਂ ਨਹੀਂ ਛੂਓਗੇ ਜਿੰਨਾ ਆਪਣੇ ਦੁਸ਼ਮਣਾਂ ਨੂੰ ਮਾਫ ਕਰਨ ਤੇ ਕਰੋਗੇ। ਕਿ ਤੁਸੀਂ ਮਾਫ ਕਰੋਗੇ? ਨਹੀਂ, ਮੈਂ ਵੀ ਨਹੀਂ ਕਰ ਸਕਦੀ, ਪਰ ਉਹ ਕਰ ਸਕਦੇ ਹਨ। ਇਹ ਪੂਰਨ ਬੇਅੰਤ ਖਿਮਾ ਮੈਂ ਸੱਚਮੁੱਚ ਕਹਿ ਸਕਦਾ ਕਿ ਬਦਲ ਦਿੰਦੀ ਹੈ ਵਿਆਹ ਨੂੰ, ਪਰਿਵਾਰਕ ਜੀਵਨ ਨੂੰ, ਦੋਸਤੀ ਸਮੇਤ ਬਾਕੀ ਸਾਰੇ ਰਿਸ਼ਤਿਆਂ ਨੂੰ। ਪਰਮੇਸ਼ਵਰ ਤੁਹਾਨੂੰ ਪ੍ਰੇਮ ਕਰਦੇ ਨੇ, ਤੁਸੀਂ ਉਹਨਾਂ ਨੂੰ ਪਿਆਰੇ ਹੋ। ਪਰਮੇਸ਼ਵਰ ਦੇ ਪੁੱਤਰ ਯਿਸੂ ਨੇ ਤੁਹਾਡੇ ਲਈ ਆਪਣਾ ਬਲਿਦਾਨ ਦਿੱਤਾ ਹੈ। ਜਦ ਮੈਂ ਉਹ ਸਮਝਿਆ ਤਾਂ ਉਸਨੇ ਮੇਰਾ ਪੂਰਾ ਜੀਵਨ ਬਦਲ ਦਿੱਤਾ ਤੇ ਉਹ ਤੁਹਾਡੇ ਲਈ ਵੀ ਸਭ ਕੁਝ ਬਦਲ ਸਕਦਾ ਹੈ।